देखो इसमें दो चीज़ें हैं। एक तो जो उनकी रैली थी उसका कोई प्रबंध नहीं था, उसके ऊपर ना तो कोई वाटर प्रूफिंग थी ना कुछ था, और लोग भी इकट्ठे नहीं हुए थे वहाँ पे। वो उनकी पार्टी ने देखना है, हमने नहीं देखना। जब प्राइम मिनिस्टर की विज़िट होती है तो सबसे बड़ी बात ये होती है कि प्राइम मिनिस्टर जो होते हैं उनकी विज़िट को सुपरवाइज करते हैं स्टेट के हेड, पुलिस हेड। उनको आकर इधर बैठकर कैंप करना चाहिए था और उसमें डिप्टी चीफ मिनिस्टर साहब को देखना चाहिए था। प्राइम मिनिस्टर किसी एक पार्टी का नहीं, देश के होते हैं। इट्स ए इंस्टीट्यूशन। इसलिए ये जो जिसकी भी गलती हो वो गलती जो है उनको मान लेनी चाहिए। तो आपको लगता है डीजीपी और होम मिनिस्टर की भी गलती है इसमें? जैसे आप बता रहे हो कि डीजीपी को यहाँ पे प्रोटोकॉल के हिसाब से होना चाहिए था, लेकिन वो यहाँ नहीं है, तो आपको लगता है कि डीजीपी का इस पे होना चाहिए, एक्शन भी होना चाहिए इस पे? मैं कह रहा हूँ कि ब्लू बुक के हिसाब से प्रधानमंत्री जब आते हैं, उनका प्रोग्राम आ जाता है तो पहले ही उनको यहाँ बैठना चाहिए था, कैंप करना चाहिए था, बताना चाहिए था, सिक्योरिटी के अरेंजमेंट्स करने चाहिए थे। ये फिर मैं बताना चाहता हूँ कि प्रधानमंत्री जो होते हैं किसी एक के प्रधानमंत्री या पार्टी के नहीं, देश के प्रधानमंत्री होते हैं। जो हमारी लोकल पुलिस थी उन्होंने बड़ा अच्छा काम किया। वो लोग बरसात में बैठे रहे, सब कुछ देखते रहे, और जो किसान थे वो विरोध कर रहे थे, उनका विरोध करना हक बनता है। सब पता था कि किसान जो विरोध करेंगे तो उनका हक बनता है, उनको कैसे रोक सकते हैं हम। जब वहाँ से पता लग गया कि अल्टरनेटिव रूट ले रहे हैं तो अल्टरनेटिव रूट के लिए उन्होंने 2-3 रूट्स क्यों नहीं बनाए। इसलिए वो जो जिम्मेवारी है, मैं समझता हूँ कि हेड ऑफ द डिपार्टमेंट के ऊपर आती है कि डीजीपी साहब की बहुत बड़ी गलती है, उन्होंने क्यों नहीं इसको देखा। ਇਹਨੂੰ ਦਿਖਾਈਏ ਵੀ ਅਸੀਂ ਪੰਜਾਬ ਵਾਲੇ ਲੋਕ ਖੁਸ਼ ਨਹੀਂ। ਤੁਹਾਡਾ ਪੰਜਾਬ ਨਾਲ ਤੇ ਕਿਸਾਨਾਂ ਨਾਲ ਵਿਤਕਰਾ ਅਜੇ ਵੀ ਚੱਲ ਰਿਹਾ। ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਬਿਨਾਂ। ਤੁਹਾਨੂੰ ਕਿੱਦਾਂ ਪਤਾ ਲੱਗਾ ਜੀ? ਕਿੱਦਾਂ ਪਤਾ ਲੱਗਾ ਸੀਗਾ ਤੁਹਾਨੂੰ ਕਿ ਪੀਐਮ ਦਾ ਕਾਫਲਾ, ਪ੍ਰਾਈਮ ਮਿਨਿਸਟਰ ਦਾ ਕਾਫਲਾ ਇੱਥੇ ਆ ਰਿਹਾ ਹੈਗਾ? ਦੇਖੋ ਜੀ, ਸਾਨੂੰ ਜਿਹੜੀ ਪਤੇ ਵਾਲੀ ਗੱਲ ਹੈ, ਸਾਡੀ ਪਲੈਨਿੰਗ ਇਹ ਸੀਗੀ ਜੋ ਅਸੀਂ, ਕਿਉਂਕਿ ਇੱਥੇ ਸਾਡੇ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਨੇ ਆਉਣਾ ਸੀਗਾ, ਸਾਡਾ ਸਾਰੇ ਜ਼ਿਲ੍ਹਿਆਂ ਸੀਗਾ, ਅਸੀਂ ਬਠਿੰਡੇ ਸੀਗੇ, ਬਾਕੀ ਜ਼ਿਲ੍ਹਿਆਂ ਵਾਲੇ ਗੁਰਦਾਸਪੁਰ ਵਾਲੇ ਗੁਰਦਾਸਪੁਰ ਸੀਗੇ, ਇੱਥੇ ਇਕੱਲੇ ਸਾਡਾ ਬਠਿੰਡੇ ਆਪਣਾ ਫਿਰੋਜ਼ਪੁਰ ਜ਼ਿਲ੍ਹੇ ਵਾਲੇ ਨੇ ਆਉਣਾ ਸੀਗਾ। ਬਲਦੇਵ ਸਿੰਘ ਜੀਰਾ ਸਾਡੇ ਪੰਜਾਬ ਦੇ ਜਨਰਲ ਸਕੱਤਰ ਹੈ, ਉਹਨਾਂ ਦੀ ਅਗਵਾਈ ਸੀਗੀ ਇੱਥੇ, ਉਹਨਾਂ ਦੀ ਸਾਰਾ ਉਹਨਾਂ ਦੀ ਕਮਾਂਡ 'ਚ ਸੀਗਾ। ਉਹਨਾਂ ਨੇ ਪਲੈਨਿੰਗ ਇਹ ਕੀਤੀ ਵੀ ਉਹ ਪਹਿਲਾਂ ਇੱਥੇ ਪਿੱਛੇ ਪਿੰਡ ਹੈ ਜਿਹੜਾ ਇਤਿਹਾਸਕ ਪਿੰਡ ਹੈ ਫਿਰ ਫਿਰੋਜ਼ ਸ਼ਾਹ, ਉੱਥੇ ਦਾਣਾ ਮੰਡੀ 'ਚ ਸਾਰਿਆਂ ਨੇ ਇਕੱਠੇ ਹੋ ਕੇ, ਕਿਉਂਕਿ ਸਾਨੂੰ ਪਤਾ ਸੀਗਾ ਵੀ ਰੋਕਾਂ ਲੱਗਣਗੀਆਂ, ਇਕੱਲੇ ਪਿੰਡ ਨੂੰ ਨਹੀਂ ਜਾਣ ਦੇਣਾ, ਅਸੀਂ ਆਪਣੀ ਸਾਰੀ ਫੋਰਸ ਹੈ ਜਿਹੜੀ ਲਗਭਗ 700-800 ਹਜ਼ਾਰ ਦੇ ਲਗਭਗ ਸੀਗੀ, ਉਹਨਾਂ ਨੇ ਉੱਥੋਂ ਇਕੱਠੇ ਕਰਕੇ ਉੱਥੋਂ ਫਿਰ ਉਹ ਫੇਰੂ ਸ਼ਾਹ ਤੋਂ ਇੱਧਰ ਨੂੰ ਫਿਰੋਜ਼ਪੁਰ ਵੱਲ ਵਧੇ ਨੇ। ਉਦੋਂ ਸਾਡਾ ਕੋਈ ਨਹੀਂ ਸੀਗਾ ਵੀ ਇੱਥੇ ਅਸੀਂ ਪਿਆਰੇ ਵਾਲਾ ਜਾਮ ਲਾਉਣਾ ਕੋਈ, ਜੋ ਸਾਨੂੰ ਦੱਸਿਆ ਗਿਆ ਸਾਡਾ ਇਹ ਸੀਗਾ, ਕਿਉਂਕਿ ਉੱਧਰੋਂ ਦੂਜੀਆਂ ਜਥੇਬੰਦੀਆਂ ਗੁਰੂ ਹਰਸਾਏ ਵਾਲੇ ਪਾਸਿਓਂ ਆ ਰਹੀਆਂ ਸੀਗੀਆਂ, ਬੀਕੋ ਜੀ ਸਿੱਧੂਪੁਰ ਸੀਗੇ, ਆਪਣਾ ਡਾਕਟਰ ਦਰਸ਼ਨਪਾਲ ਵਾਲੀ ਮਹਿਮੇ ਵਾਲੀ ਜਥੇਬੰਦੀ ਸੀਗੀ, ਸਾਨੂੰ ਐਸੇ ਵੀ ਫਿਰੋਜ਼ਪੁਰ ਇਕੱਠੇ ਹੋ ਜਾਣਗੇ ਸਾਰੇ, ਤੇ ਤਾਂ ਕਿ ਵੱਡਾ ਉੱਥੇ ਪ੍ਰੋਟੈਸਟ ਸ਼ਹਿਰ ਦੇ ਵਿੱਚ ਹੋ ਸਕੇ। ਇਹਨਾਂ ਨੇ ਸਾਨੂੰ ਜਦੋਂ ਇੱਧਰੋਂ ਕਾਫਲਾ ਵਧਿਆ ਤਾਂ ਪੁਲਿਸ ਨੇ ਪਹਿਲਾਂ ਤਾਂ ਪਿੱਛੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਸਾਡੇ ਬੰਦੇ ਨਾਕਾ ਤੋੜ ਕੇ ਇੱਥੇ ਸੜਕ 'ਤੇ ਵੀ ਨਹੀਂ ਚੜ੍ਹਨ ਦਿੰਦੇ ਸੀਗੇ, ਇਸ ਵੱਡੀ ਸੜਕ 'ਤੇ, ਤਾਂ ਉਹ ਸਾਡੇ ਬੰਦਿਆਂ ਨੇ ਇਹਨਾਂ ਦਾ ਨਾਕਾ ਤੋੜ ਕੇ, ਰੋਕਾਂ ਤੋੜ ਕੇ ਗਾਹਾਂ ਵਧੇ। ਉਸ ਤੋਂ ਬਾਅਦ ਫਿਰ ਆ ਕੇ ਇੱਥੇ ਪਿਆਰਿਆਂ ਨੇ ਮਤਲਬ ਰੋਕ ਲਿਆ। ਫਿਰ ਅਸੀਂ ਕਿਹਾ ਵੀ ਉਹਨਾਂ ਨੂੰ ਵੀ ਅਸੀਂ ਕੋਈ ਰੈਲੀ 'ਚ ਵਿਘਨ ਨਹੀਂ ਪਾਉਣਾ, ਅਸੀਂ ਤਾਂ ਜੋ ਸਾਡਾ ਤੈਅ ਹੋਇਆ ਅਸੀਂ ਗਾਹਾਂ ਜਾਣਾ, ਸਾਨੂੰ ਗਾਹਾਂ ਜਾਣ ਦਿਓ। ਉਹ ਕਹਿੰਦੇ ਵੀ ਨਹੀਂ, ਮੂਹਰੇ ਰੈਲੀ ਵਾਲਾ ਜਿਹੜਾ ਸਥਾਨ ਹੈ ਵੈਨਿਊ ਹੈ ਜਿੱਥੇ ਮੋਦੀ ਦਾ ਹੈਲੀਪੈਡ ਬਣਿਆ ਹੋਇਆ, ਵੀ ਤੁਸੀਂ ਅਸਲ ਵਿੱਚ ਦੱਸ ਨਹੀਂ ਰਹੇ, ਤੁਸੀਂ ਉੱਥੇ ਜਾਓਗੇ, ਜਦ ਕਿ ਅਸੀਂ ਸਾਫ਼ ਵੀ ਕੀਤਾ। ਉਦੋਂ ਤੱਕ ਉਹਨਾਂ ਨੇ ਕੋਈ ਨਹੀਂ ਸਾਨੂੰ ਦੱਸਿਆ ਵੀ ਪੀਐਮ ਮੋਦੀ ਬਾਈ ਰੋਡ ਆ ਰਹੇ ਨੇ। ਉਹਨਾਂ ਦਾ ਵੀ ਐਂ ਸੀਗਾ ਵੀ ਹੈਲੀਪੈਡ ਬਣਿਆ ਹੋਇਆ, ਬਾਈ ਏਅਰ ਆਉਣਗੇ। ਮਤਲਬ ਐਂ ਕਹਿਣਾ ਹੋਵੇ ਤਾਂ ਸਾਡੇ ਹਿਸਾਬ ਨਾਲ 11:30 ਵਜੇ ਇੱਥੇ ਪਿਆਰਿਆਂ ਨੇ ਜਿਹੜਾ ਸਾਡਾ ਕਾਫਲਾ ਪਹੁੰਚ ਗਿਆ ਸੀਗਾ, 11:30 ਵਜੇ ਤੱਕ ਵੀ ਪੁਲਿਸ ਵਾਲਿਆਂ ਨੂੰ ਜਾਂ ਤਾਂ ਕਲੀਅਰ, ਉਹਨਾਂ ਨੂੰ ਵੀ ਨਹੀਂ ਕਲੀਅਰ ਹੋਣਾ ਵੀ ਬਾਈ ਰੋਡ ਆ ਰਹੇ ਆ, ਜਾਂ ਫਿਰ ਉਹਨਾਂ ਦਾ ਕੋਈ ਹੋਰ ਹੋਣਾ। ਉਹਨੇ ਸਾਨੂੰ ਇੰਨਾ ਤਾਂ ਕਹੀ ਗਏ ਵੀ ਤੁਸੀਂ ਬੱਸਾਂ ਨੂੰ ਜਿਹੜੀਆਂ ਰੋਕ ਰਹੇ ਹੋ ਤੁਸੀਂ। ਜਦੋਂ ਫਿਰ ਸਾਨੂੰ ਰੋਕ ਲਿਆ, ਅਸੀਂ ਫਿਰ ਬੱਸਾਂ ਰੋਕ ਲਈਆਂ, ਜਿੰਨੀਆਂ ਵੀ ਬੀਜੇਪੀ ਵਾਲਿਆਂ ਦੀਆਂ ਬੱਸਾਂ ਸੀਗੀਆਂ ਰੈਲੀ 'ਚ ਜਾ ਰਹੀਆਂ ਸੀ। ਅਸੀਂ ਆਖਿਆ ਵੀ ਜਾਣ ਨਹੀਂ ਦੇਣਾ, ਠੀਕ ਆ, ਪਿੰਡਾਂ ਵਿੱਚ ਦੀ ਆ ਜਾਣ। ਸਾਨੂੰ ਐ ਪਤਾ ਸੀਗਾ ਵੀ ਜਦੋਂ ਪਿੰਡਾਂ 'ਚ ਵੜ ਲਈਆਂ ਬੱਸਾਂ ਇਹਨਾਂ ਨੇ, ਉਦੋਂ ਗਾਹਾਂ ਪਿੰਡ ਵਾਲਿਆਂ ਨੇ ਲੰਘਣ ਦੇਣਾ, ਫਸ ਜਾਣਗੇ। ਸਾਡੇ ਵੀ ਟੈਕਟ ਸੀਗਾ ਵੀ ਪਿੰਡਾਂ ਵਿੱਚ ਦੀ ਭੇਜੋ। ਸਾਡਾ ਤਾਂ ਐ ਸੀਗਾ ਵੀ ਜਾਂ ਤਾਂ ਸਾਨੂੰ ਜਾਣ ਦਿਓ, ਨਹੀਂ ਫਿਰ ਅਸੀਂ ਬੱਸਾਂ ਨਹੀਂ ਲੰਘਣ ਦਿੰਦੇ। ਚੱਲ ਉਹਨਾਂ ਨੇ ਫਿਰ ਬੱਸਾਂ ਡਾਈਵਰਟ ਕਰਤੀਆਂ ਪਿੰਡਾਂ ਵਿੱਚ ਦੀ। ਉਸ ਬੱਸਾਂ ਥੋੜ੍ਹੀਆਂ ਜਿਹੀਆਂ ਲੁਧਿਆਣੇ ਦੀਆਂ ਬੱਸਾਂ 10-15 ਰਹਿ ਗਈਆਂ ਸੀ, ਬਾਕੀ ਸਾਰੀਆਂ ਡਾਈਵਰਟ ਹੋ ਗਈਆਂ ਸੀਗੀਆਂ। ਅੱਛਾ, ਫਿਰ ਉਹਨਾਂ ਨੇ ਜਾ ਕੇ ਸਾਨੂੰ ਜਿਹੜਾ ਐ ਸਮਝ ਲਓ 12 ਵਜੇ ਤੋਂ 12 ਵਜੇ ਲਾ ਲਓ, 12:15 ਵਜੇ ਲੈ ਲਓ, ਉੱਥੇ ਫਿਰ ਕਿਹਾ ਵੀ ਅਸੀਂ ਸੜਕ ਤਾਂ ਖਾਲੀ ਕਰਾਉਣੇ ਆ ਕਿਉਂਕਿ ਪੀਐਮ ਆਪਣਾ ਮੋਦੀ ਸਾਹਿਬ ਹੈ
ਇੱਧਰ ਬਠਿੰਡੇ ਤੋਂ ਤਲਵੰਡੀ ਭਾਈ ਵੇਚਦੀ ਇਸ ਰੂਟ ਤੇ ਆ ਰਹੇ ਆ। ਕਿੰਨੇ ਵਜੇ ਦੱਸਿਆ ਤੁਹਾਨੂੰ? ਪੁਲਿਸ ਵਾਲੇ ਦੱਸਿਆ 12 ਪੁਲਿਸ ਵਾਲੇ ਨੇ ਐ ਨਹੀਂ ਜਦੋਂ ਅਸੀਂ ਇੱਥੇ ਆ ਗਏ, ਅਸੀਂ ਪਿੱਛੇ ਮਿਸਰੀ ਵਾਲੇ ਆ ਗਏ ਜਾਂ ਪਿਆਰੇ ਵਾਲੇ ਆ ਗਏ, ਉਦੋਂ ਨਹੀਂ ਦੱਸਿਆ। ਪਹਿਲਾਂ ਹੀ ਦੱਸ ਲਗਭਗ ਸਾਡੇ ਆਉਣ ਤੋਂ ਘੰਟਾ ਡੇਢ ਘੰਟੇ ਬਾਅਦ ਫਿਰ ਉਹਨਾਂ ਨੇ ਕਿਹਾ। ਤਾਂ ਸਾਨੂੰ ਸੱਚ ਕੋਈ ਕਿਸੇ ਨੂੰ ਨਹੀਂ ਯਕੀਨ ਆ ਸਕਦਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਹੋਵੇ ਤੇ ਉਹਦੇ ਨੂੰ ਤਾਂ ਸਾਰੀ ਜਿਹੜੀ ਸੜਕ ਹੁੰਦੀ ਹੈ ਇੱਕ ਦਿਨ ਪਹਿਲਾਂ ਖਾਲੀ ਹੋ ਜਾਂਦੀਆਂ ਨੇ ਸੜਕਾਂ, ਤੇ ਇਹਨਾਂ ਨੂੰ ਇਹ ਹੁਣ ਕਹਿੰਦੇ ਨੇ ਵੀ ਪਹਿਲਾਂ ਤਾਂ ਨਹੀਂ ਸੀਗਾ ਵੀ ਹੁਣ ਆ ਰਿਹਾ। ਸਾਨੂੰ ਐ ਲੱਗਿਆ ਵੀ ਅਸਲ ਵਿੱਚ ਸਾਡੇ ਨਾਲ ਬਲੱਫ ਕਰ ਰਹੇ ਨੇ, ਕੋਈ ਪ੍ਰਧਾਨ ਮੰਤਰੀ ਨੇ ਨਹੀਂ ਆਉਣਾ। ਪ੍ਰਧਾਨ ਮੰਤਰੀ ਆਪਦਾ ਬਾਈ 에ਅਰ ਆਊਗਾ, ਹੈਲੀਪੈਡ ਬਣਿਆ ਹੋਇਆ। ਇਹ ਅਸਲ ਵਿੱਚ ਸਾਥੋਂ ਸੜਕ ਖਾਲੀ ਕਰਵਾ ਕੇ ਉਹ ਬੀਜੇਪੀ ਵਾਲੀਆਂ ਬੱਸਾਂ ਲਗਾਉਣ ਦੀ ਇਹਨਾਂ ਦੀ ਚਾਲ ਹੈ ਇੱਕ। ਅਸੀਂ ਆਹੀ ਸਮਝੇ ਸਾਡੇ ਬੰਦੇ ਨੇ, ਸਾਨੂੰ ਨਹੀਂ ਸੱਚ ਕੋਈ ਨਹੀਂ ਸਾਨੂੰ ਪਤਾ ਸੀ ਵੀ ਆਪਣਾ ਪ੍ਰਧਾਨ ਮੰਤਰੀ ਆ ਰਿਹਾ। ਕਿਹੜਾ ਆ ਫਿਰੋਜ਼ਪੁਰ ਸੀਗੇ, ਉਹਨਾਂ ਨੇ ਕਿਹਾ? ਹਾਂ ਉਹਨਾਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਆ ਰਿਹਾ। ਅਸੀਂ ਆਖਿਆ ਆਪਣਾ ਐਸਐਸਪੀ ਸਾਹਿਬ ਤੁਹਾਡੀ ਵੀ ਇੰਨੀ ਸਰਵਿਸ ਹੋ ਗਈ, ਜਦੋਂ ਤੁਸੀਂ ਇੱਥੇ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਤਾਂ ਵੀ ਉਹਦਾ 1 ਘੰਟਾ ਪਹਿਲਾਂ ਪਤਾ ਲੱਗੂਗਾ ਵੀ ਹੁਣ ਪ੍ਰਧਾਨ ਮੰਤਰੀ ਆ ਰਿਹਾ। ਇਹ ਸੰਭਵ ਹੀ ਨਹੀਂ। ਦੂਜੀ ਗੱਲ, ਜਿੰਨੀ ਇੱਥੇ ਟ੍ਰੈਫਿਕ ਹੈਗੀ ਹੈ ਇਸ ਰੋਡ ਤੇ, ਇੰਨੀ ਸੰਘਣੀ ਟ੍ਰੈਫਿਕ ਤੇ ਤਾਂ ਉਹ ਟ੍ਰੈਫਿਕ ਅਜੇ ਵੀ ਚੱਲੀ ਜਾ ਰਹੀ ਹੈ। ਜਾਂ ਫਿਰ ਤਾਂ ਦੋਨੇ ਸੜਕਾਂ ਬੰਦ ਹੋ ਜਾਣ, ਬੱਸਾਂ ਤਾਂ ਇਹਨਾਂ ਦੀਆਂ ਆ ਰਹੀਆਂ ਨੇ ਸਾਰੀਆਂ। ਵੀ ਤੁਸੀਂ ਸਾਡੇ ਨਾਲ ਬਲੱਫ ਕਰ ਰਹੇ ਹੋ, ਸਾਡੇ ਨਾਲ ਚਾਲ ਖੇਡ ਰਹੇ ਹੋ, ਸਾਨੂੰ ਨਹੀਂ ਯਕੀਨ, ਅਸੀਂ ਨਹੀਂ ਉੱਠਦੇ ਇੱਥੇ। ਤੁਸੀਂ ਝੂਠ ਮਾਰ ਰਹੇ ਹੋ ਪ੍ਰਧਾਨ ਮੰਤਰੀ ਵਾਲੀ ਗੱਲ ਦਾ। ਮਤਲਬ ਅਸੀਂ ਇਸ ਗੱਲ ਤੇ ਅੜੇ ਰਹੇ। ਚਲੋ ਉਦੋਂ ਬਾਅਦ ਕੀ ਹੋਇਆ, ਫਿਰ ਇੱਕ ਇਕੱਠ ਬਹੁਤ ਹੋ ਗਿਆ। ਜਿਹੜੇ ਬੀਜੇਪੀ ਵਾਲਿਆਂ ਨੇ ਫਿਰ ਜਿਹੜੀਆਂ ਬੱਸਾਂ ਵਾਲੇ ਉਤਰ ਕੇ ਉਹ ਸਾਡੇ ਨਾਲ ਹੱਥੋਂ ਪਾਈ ਹੋਣ ਲੱਗ ਗਏ। ਉਹ ਚਲ ਸਾਨੂੰ ਪੁਲਿਸ ਵਾਲੇ ਨੂੰ ਦੱਸਿਆ, ਪੁਲਿਸ ਵਾਲੇ ਪਾਸੇ ਹੋ ਗਏ। ਫਿਰ ਸਾਡੇ ਬੰਦਿਆਂ ਨੇ ਸਿੱਧੀ ਗੱਲ ਹੈ, ਜਦੋਂ ਉਹ ਆ ਕੇ ਸਾਡੀ ਸਟੇਜ ਤੇ ਹੱਥੋਂ ਪਾਈ ਹੋਣ ਲੱਗੇ, ਫਿਰ ਅਸੀਂ ਉਹਨਾਂ ਨੂੰ ਭਜਾਇਆ ਵੀ ਡਾਂਗਾਂ ਨਾਲ, ਫਿਰ ਖੜੇ ਵੀ ਨਹੀਂ ਕੋਈ ਉਹ। ਸੋ ਇਹ ਸਾਰੇ ਸਿਲਸਿਲੇ ਦੇ ਵਿੱਚ ਜਦੋਂ ਉਹ ਫਿਰ ਸਮਝ ਲਓ ਵੀ ਉਹ ਤਾਂ ਬਾਅਦ 'ਚ ਪਤਾ ਲੱਗਦਾ ਵੀ ਇਸ ਪੁਲ ਤੇ ਆਹੀ ਪੁਲ ਹੈ ਜਿਹੜਾ, ਇਹ ਤਾਂ ਹੁਣ ਅਸੀਂ ਵੇਖ ਸੀ ਵੀ ਇਹ ਪੁਲ ਹੈ ਕਿ ਮਗਰਲਾ ਪੁਲ ਹੈ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੰਨਾ ਮੂਹਰੇ ਰਸ਼ ਹੈ, ਇੰਨਾ ਟ੍ਰੈਫਿਕ ਖੜਾ, ਇੰਨੇ ਵਹੀਕਲ ਰੁਕੇ ਖੜੇ ਆ, ਫਿਰ ਉਹ 20 ਮਿੰਟਾਂ ਬਾਅਦ ਕਿ 15 ਮਿੰਟਾਂ ਬਾਅਦ ਜਦੋਂ ਮੁੜ ਗਿਆ, ਫਿਰ ਜਦੋਂ ਅਸੀਂ ਵਾਪਸੀ ਮੁੜੇ, ਫਿਰ ਉਹਨੇ ਸਾਨੂੰ ਦੱਸਿਆ ਵੀ ਯਾਰ ਗੱਲ ਸੱਚੀ ਸੀ। 9-10 ਜਥੇਬੰਦੀਆਂ ਦਾ ਐਲਾਨ ਸੀਗਾ ਵੀ ਸਾਡੀਆਂ ਜਿਹੜੀਆਂ ਬਕਾਇਦਾ ਮੰਗਾਂ ਬਾਕੀ ਪਈਆਂ ਵਾ, ਲਖੀਮਪੁਰ ਵਾਲਾ ਜਿਹੜਾ ਸ਼ੀਸ਼ ਮਿਸ਼ਰਾ ਉਹਦੀ ਬਰਖਾਸਤੀ ਨੂੰ ਲੈ ਕੇ, ਨਾਲ ਜਿਹੜੇ 1 ਮਹੀਨੇ ਦੇ ਵਿੱਚ ਕਮੇਟੀ ਬਣਾਉਣੀ ਸੀ ਉਹ ਨਹੀਂ ਬਣਾਈ ਗਈ। ਸੋ ਅਸੀਂ ਪਹਿਲਾਂ ਐਲਾਨ ਕਰਤਾ ਸੀ ਅਸੀਂ ਜੇ ਜਾਂ ਤਾਂ ਮੋਦੀ ਸਾਹਿਬ ਐਲਾਨ ਕਰਕੇ ਆਉਣ ਉੱਥੋਂ ਵੀ ਇਹਨਾਂ ਮੰਗਾਂ ਤੇ, ਜੇ ਨਹੀਂ ਐਲਾਨ ਕਰਦੇ ਤੇ 8-10 ਜਥੇਬੰਦੀਆਂ ਨੇ ਫੈਸਲਾ ਕਰ ਲਿਆ ਸੀ ਵੀ ਅਸੀਂ ਵਿਰੋਧ ਕਰਾਂਗੇ। ਸੋ ਉਹਦੇ ਚੱਲਦਿਆਂ ਜਦੋਂ ਰੈਲੀ ਵਾਲੇ ਦਿਨ ਅਸੀਂ ਇਸ ਤੋਂ ਅੱਗੇ ਕੁਝ ਕਿਲੋਮੀਟਰ ਪਿਆਰਿਆਣੇ ਪੁਲ ਤੇ ਅਸੀਂ ਜਾਮ ਲਾਇਆ, ਕਿਉਂਕਿ ਅਸੀਂ ਅੱਗੇ ਜਾਣਾ ਚਾਹੁੰਦੇ ਸੀਗੇ, ਅੱਗੇ ਪੁਲਿਸ ਨੇ ਨਹੀਂ ਜਾਣ ਦਿੱਤਾ। ਫਿਰ ਸਾਡੀ ਮਜਬੂਰੀ ਬਣ ਗਈ ਸੀ, ਨਾ ਗਾਂਹ ਪੁਲਿਸ ਨਹੀਂ ਜਾਣ ਦਿੰਦੀ ਸੀ, ਫਿਰ ਇਸ ਕਰਕੇ ਸਾਨੂੰ ਜਾਮ ਲਾਉਣਾ ਪਿਆ, ਜਿਹਦੇ ਕਰਕੇ ਉਸ ਦਿਨ ਇਹ ਜਿਹੜਾ ਸਾਰਾ ਕੁਝ ਵਰਤਿਆ। ਇੱਥੋਂ ਜੀ ਤਕਰੀਬਨ ਪਿਆਰਿਆਣਾ ਪੁਲ 2 ਕਿਲੋਮੀਟਰ ਹੋਊਗਾ, ਉੱਥੇ ਜਾਮ ਲੱਗਾ ਸੀਗਾ ਤੇ ਉੱਥੋਂ ਲੈ ਕੇ ਇੱਥੋਂ ਤੱਕ ਸਾਰਾ ਗੱਡੀਆਂ ਨਾਲ ਭਰਿਆ ਹੋਇਆ ਸੀਗਾ। ਜਿਹੜਾ ਪ੍ਰਧਾਨ ਮੰਤਰੀ ਦੇ ਰੁਕਣ ਦਾ ਕਾਰਨ ਇਹ ਆ, ਅਸਲ ਵਿੱਚ ਸਾਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ 3 ਵਜੇ ਲੋਕਾਂ ਨੇ ਦੱਸਿਆ, ਲੋਕਲ ਨੇ ਵੀ ਪ੍ਰਧਾਨ ਮੰਤਰੀ ਵੀ ਆਇਆ ਸੀਗਾ ਇੱਥੇ। ਸੋ ਉਦੋਂ ਬਾਅਦ 'ਚ ਗੱਲ ਸਾਫ਼ ਹੋਈ। ਪਹਿਲਾਂ ਤਾਂ ਪੁਲਿਸ ਨੇ ਜ਼ਰੂਰ ਸਾਨੂੰ ਕਿਹਾ ਵੀ ਪੁਲਿਸ ਨੇ ਆ ਕੇ ਕਹਿੰਦੇ ਵੀ ਪ੍ਰਧਾਨ ਮੰਤਰੀ ਲੰਘਣਾ, ਪਰ ਲੋਕਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਲੋਕ ਅਸੀਂ 12:30 ਵਜੇ ਜਦੋਂ 12 ਵਜੇ ਧਰਨਾ ਲੱਗਾ, 12:30 ਵਜੇ ਆਏ ਆ, ਉਦੋਂ ਪੁਲਿਸ ਅਧਿਕਾਰੀ ਕਹਿ ਰਹੇ ਸੀ ਵੀ PM ਨੇ ਇੱਧਰ ਦੀ ਲੰਘਣਾ ਵਾ, ਪਰ ਲੋਕਾਂ ਨੇ ਕਿਹਾ ਵੀ ਉਹ ਤਾਂ ਹੈਲੀਕਾਪਟਰ ਤੇ ਆ ਰਿਹਾ ਵਾ। ਪੁਲਿਸ ਦੀ ਗੱਲ ਤੇ ਵਿਸ਼ਵਾਸ ਹੋਣਾ ਹੀ ਨਹੀਂ, ਵੱਜਦਾ ਵੀ ਨਹੀਂ ਸੀਗਾ, ਕਿਉਂਕਿ ਪਹਿਲਾਂ ਐਲਾਨ ਹੀ ਉਹਨੇ ਹੈਲੀਕਾਪਟਰ ਤੇ ਆਉਣ ਦਾ ਕੀਤਾ ਸੀਗਾ। ਉਸ ਤੋਂ ਬਾਅਦ ਚੱਲਦਾ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੋਏਗੀ। ਇਹਦਾ 3 ਵਜੇ ਬਾਅਦ ਵਿੱਚ ਪਤਾ ਲੱਗਾ ਵੀ ਸੱਚੀ ਮੁੱਚੀ ਇਹ ਕੋਈ ਇਹੋ ਜਿਹਾ ਹੋਇਆ। ਤੇ ਉਸ ਤੋਂ ਬਾਅਦ ਦੁੱਖ ਵਾਲੀ ਗੱਲ ਇਹ ਆ ਵੀ ਜਿਹੋ ਜਿਹਾ ਮੀਡੀਆ ਨੇ ਇਹਨੂੰ ਬਣਾਇਆ ਵੀ ਜਾਨ ਨੂੰ ਖਤਰਾ ਹੋ ਗਿਆ ਜੀ ਫਲਾਨਾ, 15 ਮਿੰਟ ਇੱਥੇ ਬੰਦਾ ਖੜਾ ਰਿਹਾ, 100 ਕਿਲੋਮੀਟਰ ਇੱਥੋਂ ਚੱਲ ਕੇ ਆਇਆ, ਕਿਸੇ ਨੇ ਉਹਨੂੰ ਫੁੱਲ ਦੀ ਨਹੀਂ ਲਾਈ। ਇੱਕ ਪ੍ਰਧਾਨ ਮੰਤਰੀ 15 ਮਿੰਟ ਤੇ ਖੜ ਕੇ ਜਾਂਦਾ ਵਾ, ਉਹਨੂੰ ਕੋਈ ਉਹੀ ਤੱਕ ਨਹੀਂ ਕਹਿੰਦਾ, ਕੋਈ ਉਹਦੀ ਮੁਰਦਾਬਾਦ ਤੱਕ ਨਹੀਂ ਕਹਿੰਦਾ ਗਾ। ਫਿਰ ਬੰਦਾ ਜਾ ਕੇ ਕਿਵੇਂ ਕਹਿ ਸਕਦਾ ਵੀ ਮੇਰੀ ਜਾਨ ਨੂੰ ਖਤਰਾ ਸੀ, ਮੈਂ ਮਸਾਂ ਬਚ ਕੇ ਆਇਆ। Subscribe to our YouTube channel News DNN by clicking the bell icon. Don't forget to like, comment and share.